टिकते सबर सच्चे ओदी मत्तियां चलो शहादत दा दर ओही महीना तो पोए पुत तेरे ओही ने हकूमत भी हो साडे लई किले बन गया सड़कां दे पातशाह साडे लई किले बन गया सड़कां दे पातशाह साडे लई किले बन गया सड़कां दे पातशाह साडे लई तुसीं सारे इस शब्द नूं नाल सरवण कर लो तेग बहादुर दे बरसे कोई नूर इलाही दिल्ली दे बॉर्डर ते बरसे कोई नूर इलाही दिल्ली दे बॉर्डर ते गाओ सारे लोग बरसे कोई नूर इलाही दिल्ली दे बॉर्डर ते बरसे कोई नूर इलाही दिल्ली दे बॉर्डर ते बरसे कोई नूर इलाही दिल्ली दे बॉर्डर ते बरसे कोई नूर इलाही बच्चियां विच फतेह सिंह दियां धड़कां ने पातशाह साडे लई किले बन गए सड़कां ने पातशाह साडे लई किले बन गया सड़कां ने पातशाह साडे लई किले बन गया बाबा तू गड़िया चो योदे बन मित्रा दे मुश्किल दिया घड़िया चो तुसीं सारे एक बारी फिर नाल सरवण करो योदे बन मित्रा दे मुश्किल दिया घड़िया चो योदे बन मित्रा दे मुश्किल दिया घड़िया चो मुश्किल दिया घड़िया चो अखा विच सुरमे दी तो लड़का ने पातशाह साडे लई किले बन गया सड़कां ने पातशाह साडे लई किले बन गया सड़कां ने
ਗੱਜ ਕੇ ਬੋਲੋ ਸਾਰੇ। ਆਪਾਂ ਅਖੀਰ ਕਰਾਂਗੇ ਗੀਤ ਦਾ ਥੋੜੇ ਸਾਰੇ ਨਾਲ, ਤੁਸੀਂ ਬੋਲਣਾ ਸਾਰਿਆਂ ਨੇ। ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਬਾਦਸ਼ਾਹ, ਬੋਲੋ ਸਾਰੇ ਉੱਚੀ। ਸੜਕਾਂ ਨੇ ਬਾਦਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਬਾਦਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਬਾਦਸ਼ਾਹ, ਸੜਕਾਂ ਨੇ ਬਾਦਸ਼ਾਹ, ਸੜਕਾਂ ਨੇ ਬਾਦਸ਼ਾਹ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ। ਸੋ ਬੋਲੇ ਸੋ ਨਿਹਾਲ, ਸੋ ਜਿਹੜਾ ਹੁਣ ਮਾਹੌਲ ਬਣਿਆ ਬਸ ਇਹ ਬਣਾਈ ਰੱਖਿਓ ਸਾਰੇ, ਕਿਉਂਕਿ ਇਹ ਕੋਈ ਉਦਾਂ ਦੇ ਪ੍ਰੋਗਰਾਮ ਤਾਂ ਹੈ ਨਹੀਂ ਵੀ ਵਿਆਹ ਸ਼ਾਦੀਆਂ ਵਾਲੇ, ਆਪਾਂ ਸਾਰੇ ਬਸ ਐਂ ਗੱਲਾਂ ਵੀ ਕਰੀ ਜਾਈਏ, ਗੀਤ ਵੀ ਗਾਈ ਜਾਈਏ, ਸ਼ਬਦ ਵੀ ਸਿਮਰਨ ਕਰੀ ਜਾਈਏ, ਆਪਾਂ ਸਾਰੇ ਬਸ ਐਂ ਰਲ ਕੇ। ਕਿਉਂਕਿ ਅਸੀਂ ਸਾਡੇ ਪ੍ਰੋਗਰਾਮ ਇਹ ਕਰਨ ਦਾ ਮਕਸਦ ਕੀ ਸੀ, ਮੈਂ ਭਰਾਵਾਂ ਨੂੰ ਬੇਨਤੀ ਕਰਦਾ, ਸਾਡੀਆਂ ਭੈਣਾਂ ਨੂੰ ਵੀ ਜਿੱਥੇ ਵੀ ਤੁਹਾਨੂੰ ਥਾਂ ਮਿਲਦੀ ਹੈ ਬੈਠ ਜਾਓ ਸਾਰੇ, ਕਿਉਂਕਿ ਇੱਕ ਭਾਵਨਾ ਹੋਣੀ ਏਦਾਂ ਦੇ ਪ੍ਰੋਗਰਾਮਾਂ 'ਚ ਬਹੁਤ ਲਾਜ਼ਮ ਆ, ਬਹੁਤ ਜ਼ਰੂਰੀ ਆ। ਸੋ ਜੇ ਗੱਲ ਕਰਦੇ ਆ ਜਿਹੜਾ ਸਿੱਖ ਸ਼ਬਦ ਸਾਡਾ ਬਾਬਾ ਸਾਨੂੰ ਦੇ ਕੇ ਗਿਆ, ਸਾਡੇ ਬਾਬੇ ਦਾ ਜਿਹੜਾ ਫਲਸਫਾ, ਸਿੱਖ ਸ਼ਬਦ ਮੈਨੂੰ ਲੱਗਦਾ ਕਿਸੇ ਧਰਮ ਦਾ ਸ਼ਬਦ ਵੀ ਨਹੀਂ। ਜੇ ਜ਼ਿੰਦਗੀ ਦੀ ਗੱਲ ਕਰਦੇ ਆ, ਜ਼ਿੰਦਗੀ ਦੇ ਵਿਕਾਸ ਦੀ ਗੱਲ ਕਰਦੇ ਆ, ਤਾਂ ਮੈਨੂੰ ਲੱਗਦਾ ਵੀ ਸਿੱਖਣਾ ਸਭ ਤੋਂ ਵੱਡੀ ਮੁਹਿੰਮ ਹੈ ਜ਼ਿੰਦਗੀ ਦੇ ਵਿੱਚ। ਜਿਹੜਾ ਬੰਦਾ ਸਿੱਖੀ ਜਾਂਦਾ ਉਹ ਬੰਦਾ ਅੱਗੇ ਵਧੀ ਜਾਂਦਾ, ਜਿਹੜੇ ਬੰਦੇ ਨੇ ਸਿੱਖਣਾ ਬੰਦ ਕਰਤਾ, ਮੁਕੰਮਲ ਸਮਝਣ ਲੱਗ ਗਿਆ ਆਪਦੇ ਆਪ ਨੂੰ, ਉਹ ਬੰਦਾ ਖਤਮ ਹੋ ਗਿਆ, ਉਹਦਾ ਉੱਥੇ ਖਾਤਮਾ ਆ ਜਾਂਦਾ। ਸੋ ਕਿਤੇ ਨਾ ਕਿਤੇ ਸਾਡੇ ਬਾਬੇ ਨੇ ਜਿਹੜੀ ਸਾਨੂੰ ਵਿੱਥ ਦਿੱਤੀ ਹੈ ਸਿੱਖਣ ਦੀ, ਸਿੱਖਣ ਦੇ ਵਿੱਚ ਦੋ ਚੀਜ਼ਾਂ ਲਾਜ਼ਮੀ ਹੁੰਦੀਆਂ ਨੇ। ਪਹਿਲੀ ਗੱਲ ਪੜ੍ਹਨਾ ਤੇ ਦੂਜੀ ਗੱਲ ਸੁਣਨਾ। ਪਰ ਸੁਣ ਅਸੀਂ ਕਦੋਂ ਸਕਾਂਗੇ? ਪੜ੍ਹਨਾ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਹੀ ਪੜ੍ਹਨਾ ਚਾਹੀਦਾ। ਸਾਡਾ ਬਾਬਾ ਜਿਹੜੀ ਸਾਨੂੰ ਉੱਚੀ ਸੁੱਚੀ ਰੂਹਾਨੀ ਬਾਣੀ ਦੇ ਕੇ ਗਿਆ, ਉਹ ਬਾਣੀ ਪੜ੍ਹਨੀ ਚਾਹੀਦੀ ਆ। ਬਾਣੀ ਤੋਂ ਜੁਦਾ ਦੁਨੀਆ ਦੇ ਵਿੱਚ ਜਿਹੜੇ ਦਾਰਸ਼ਨਿਕ ਲੋਕ ਹੋਏ ਨੇ, ਵੱਡੇ ਵੱਡੇ ਲੋਕ ਹੋਏ ਨੇ, ਉਹਨਾਂ ਨੂੰ ਪੜ੍ਹਨਾ ਬਹੁਤ ਲਾਜ਼ਮੀ ਹੈ, ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਕਿਉਂਕਿ ਸੁਣਨ ਵਾਲੀ ਗੱਲ ਆ ਜਿਹੜੀ, ਯਾਰ ਸੁਣ ਕੇ ਆ ਹੁਣ ਤੁਹਾਡੇ 'ਚ ਸੁਣਨ ਦੀ ਘਾਟ ਆ, ਫਿਰ ਅਸੀਂ ਮੈਨੂੰ ਲੱਗਦਾ ਵੀ ਫਿਰ ਅਸੀਂ ਜੇ ਸੁਣਨਾ ਨਹੀਂ ਆਉਂਦਾ ਨਾ ਸਾਨੂੰ, ਫਿਰ ਕੁਛ ਨਹੀਂ ਆਉਂਦਾ ਯਾਰ। ਬੋਲਣ ਵਾਲਾ ਕੰਮ ਤਾਂ ਆਪ ਹੀ ਹੋਣੇ ਆ, ਜਦੋਂ ਆਪਾਂ ਅੰਦਰਾਂ ਬੋਲ ਕੀ ਸਕਦੇ ਆ ਯਾਰ, ਬੋਲਾਂਗੇ ਤਾਂ ਉਹ ਨਾ ਜਿਹੜਾ ਕੁਛ ਅੰਦਰ ਆ, ਮੈਨੂੰ ਲੱਗਦਾ ਵੀ ਅੰਦਰ ਭਰਨਾ ਜ਼ਰੂਰੀ ਆ ਪਹਿਲਾਂ ਬੋਲਣ ਤੋਂ। ਸੋ ਸੁਣਨ ਦੀ ਮਹੱਤਤਾ ਜਿਹੜੀ ਉਹ ਬਹੁਤ ਵੱਡੀ ਆ। ਅਸੀਂ ਆਪਦੇ ਪਰਿਵਾਰ ਪੱਖੋਂ ਆਪਦੀਆਂ ਜ਼ਿੰਮੇਵਾਰੀਆਂ ਸਾਡੀਆਂ ਕੀ ਬਣਦੀਆਂ ਨੇ, ਅਸੀਂ ਕਿੰਨੀਆਂ ਕੁ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ, ਫਿਰ ਸੋਸਾਇਟੀ ਸਮਾਜ ਪ੍ਰਤੀ ਸਾਡੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ, ਅਸੀਂ ਕੀ ਨਿਭਾ ਰਹੇ ਹਾਂ, ਫਿਰ ਸਾਡੇ ਅੰਦਰ 24 ਘੰਟੇ ਕੀ ਚੱਲਦਾ। ਮੈਨੂੰ ਲੱਗਦਾ ਵੀ ਇਹ ਤਿੰਨੇ ਚੀਜ਼ਾਂ ਵਾਸਤੇ ਸਾਨੂੰ ਸੁਣਨਾ ਬਹੁਤ ਜ਼ਰੂਰੀ ਆ। ਪਰ ਸੁਣਾਂਗੇ ਕਿੱਦਣ? ਜਿੱਦਣ ਇਸ ਚੀਜ਼ ਨੂੰ ਐਕਸੈਪਟ ਕਰਾਂਗੇ ਵੀ ਅਸੀਂ ਕਾਣੇ ਆ। ਅਸੀਂ ਬਹੁਤੇ ਲੋਕ ਜੇ ਕੋਈ ਸਾਨੂੰ ਕੋਈ ਗੱਲ ਕਹਿੰਦਾ ਵੀ ਆ, ਮੈਨੂੰ ਲੱਗਦਾ ਅਸੀਂ ਸੁਣਨ ਨੂੰ ਸਵੀਕਾਰ ਹੀ ਨਹੀਂ ਕਰਦੇ, ਉਸ ਚੀਜ਼ ਨੂੰ ਸੁਣਨਾ ਚਾਹੁੰਦੇ ਨਹੀਂ। ਕਿਉਂ ਨਹੀਂ ਸੁਣਨਾ ਚਾਹੁੰਦੇ? ਉਹਦਾ ਕਾਰਨ ਇਹ ਆ ਵੀ ਅਸੀਂ ਆਪਦੇ ਆਪ ਨੂੰ ਮੁਕੰਮਲ ਮਹਿਸੂਸ ਕਰਦੇ ਆ। ਪਰ ਮੈਨੂੰ ਲੱਗਦਾ ਵੀ ਜੇ ਅਸੀਂ ਇਹਨਾਂ ਸਟੇਜਾਂ ਤੇ ਆਉਣੇ ਆ, ਗੱਲਾਂ ਬਾਤਾਂ ਕਰਦੇ ਆ, ਤਾਂ ਬੇਨਤੀ ਇਹ ਆ ਵੀ ਸੁਣਿਆ ਕਰੋ ਜਿਹੜੀਆਂ ਚੀਜ਼ਾਂ ਬੋਲਦੇ ਆ, ਆਪ ਵੀ ਜ਼ਰੂਰ ਸਾਨੂੰ ਦੱਸਿਆ ਕਰੋ ਇਸ ਤੋਂ ਬਾਅਦ ਸੁਣਨ ਤੋਂ ਬਾਅਦ ਕੀ ਪ੍ਰਭਾਵ ਆ, ਕਿਉਂਕਿ ਫੇਰ ਹੀ ਇੱਕ ਬਦਲਾਵ ਆ ਸਕਦਾ। ਹੁਣ ਦੇਖੋ ਅੱਜ ਏਡੀ ਵੱਡੀ ਕ੍ਰਾਂਤੀ ਉੱਠੀ ਆ ਪਿੰਡ ਪਿੰਡ ਚੋਂ, ਹਿੰਦੁਸਤਾਨ ਦੀਆਂ ਜਿੰਨੀਆਂ ਵੀ ਐਗਰੀਰੀਅਨ ਸਟੇਟਸ ਨੇ ਸਾਰਿਆਂ ਦੇ ਵਿੱਚੋਂ ਅੱਜ ਇਹ ਕ੍ਰਾਂਤੀ ਉੱਠੀ ਆ। ਪਰ ਆਪਾਂ ਆਪਣੇ ਪਿੰਡਾਂ ਨੂੰ ਲੈ ਕੇ ਕੀ ਜਾਣਾ? ਜਦੋਂ ਤੁਸੀਂ ਇੱਥੋਂ ਵਾਪਸ ਮੁੜੋਗੇ, ਜੇ ਤੁਹਾਡੀ
ਸੰਘਰਸ਼ ਦੀ ਕੀ ਪਰਿਭਾਸ਼ਾ ਹੁੰਦੀ ਹੈ? ਸੰਘਰਸ਼ ਦੀ ਸਭ ਤੋਂ ਵੱਡੀ ਪਰਿਭਾਸ਼ਾ ਇਹ ਹੁੰਦੀ ਆ ਤੁਹਾਡੇ 'ਚ ਕੀ ਤਬਦੀਲੀ ਆਈ ਹੈ। ਦੇਖੋ ਬਿੱਲ ਵਾਪਸ ਹੋ ਜਾਣੇ ਨੇ, ਉਹ ਸਾਡੀ ਫਿਜ਼ੀਕਲ ਪ੍ਰਾਪਤੀ ਹੈ ਨਾ, ਸਾਡੀ ਮੈਂਟਲ ਪ੍ਰਾਪਤੀ ਕੀ ਆ, ਮਾਨਸਿਕਤਾ ਦੇ ਵਿੱਚ ਸਾਡੀ ਦੇ ਵਿੱਚ ਕੀ ਬਦਲਾਅ ਆਇਆ। ਸੋ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਮਾਨਸਿਕ ਤਬਦੀਲੀ ਉਹ ਹੁੰਦੀ ਆ ਤੁਹਾਡੇ ਵਿੱਚ। ਜੇ ਤੁਹਾਡੀ ਸੋਚ ਦਾ ਮਿਆਰ ਉੱਚਾ ਉੱਠਦਾ ਤਾਂ ਹੀ ਅਸੀਂ ਇੱਕ ਨਵੇਂ ਸਮਾਜ ਦੀ ਤਬਦੀਲੀ ਵੱਲ ਨੂੰ ਵੱਧ ਸਕਾਂਗੇ। ਸ਼ੁਰੂ ਕਰਦੇ ਹਾਂ ਹੁਣ ਗੀਤ ਸੰਗੀਤ ਦਾ ਦੌਰ। ਜਿਹੜੇ ਗੀਤਾਂ ਨੂੰ ਤੁਸੀਂ ਅੰਦੋਲਨ ਦੇ ਗੀਤ ਬਣਾਤਾ, ਲੋਕ ਗੀਤ ਬਣਾਤਾ, ਉਹਨਾਂ ਗੀਤਾਂ ਨਾਲ ਹਾਜ਼ਰੀ ਲਵਾ ਰਿਹਾ। ਸਭ ਤੋਂ ਪਹਿਲਾਂ ਮੈਂ ਇੱਕ ਗੀਤ ਗਾਉਣਾ ਚਾਹੂੰਗਾ ਸਾਡੇ ਸ਼ਹੀਦਾਂ ਨੂੰ ਸਮਰਪਿਤ। ਉਸ ਤੋਂ ਬਾਅਦ ਫਿਰ ਪਰ ਮੈਂ ਕਹਿੰਦਾ ਪਤਾ ਕੀ ਆ, ਸੈਟਲ ਹੋ ਜਾਓ, ਇੱਕ ਵਾਰੀ ਸਵਾਰ ਕੇ ਬਹਿ ਜਾਓ। ਉਸ ਤੋਂ ਬਾਅਦ ਫਿਰ ਆਪਾਂ, ਕਿਉਂਕਿ ਹਾਂਜੀ ਸਤਿ ਸ਼੍ਰੀ ਅਕਾਲ, ਸਾਡੇ ਭੈਣ ਜੀ ਆਏ ਨੇ ਗੁਲਪਨਾਗ ਹੋਣੀ। ਇਹ ਵੀ ਹਮੇਸ਼ਾ ਸਮਾਜਿਕ ਐਕਟੀਵਿਟੀਜ਼ ਦੇ ਵਿੱਚ ਕੋਈ ਵੀ ਵੱਡਾ ਬਦਲਾਅ ਆਉਂਦਾ ਜਦੋਂ ਸਮਾਜ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਸੋ ਮੈਂ ਬੇਨਤੀ ਇਹੀ ਕਰਦਾ ਵੀ ਜੁੜਾਂਗੇ ਆਪਾਂ ਤਾਂ, ਜੇ ਜੁੜੇ ਨਾ ਫਿਰ ਆ ਪ੍ਰੋਗਰਾਮਾਂ ਦਾ ਯਾਰ ਕੋਈ ਫਾਇਦਾ ਨਹੀਂ। ਕਿਉਂਕਿ ਮੈਨੂੰ ਲੱਗਦਾ ਜਦੋਂ ਇੱਕ ਜਣਾ ਖੜਾ ਹੁੰਦਾ ਤੁਰਦੇ ਆ ਇੱਧਰ ਉੱਧਰ, ਇੱਕ ਵਾਰੀ ਸਾਰੇ ਜਣੇ ਸਟੇਬਲ ਹੋ ਜਾਓ, ਬਹਿ ਜਾਓ, ਫਿਰ ਆਪਾਂ ਖੜਕੱਜ ਪਾਉਣੇ ਆ ਨਾ, ਤੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਵਾਂਗੇ। बड़ा माहौल आ जाते ने पेचा।
ਜਦੋਂ ਅੰਦੋਲਨ ਸ਼ੁਰੂ ਹੋਇਆ ਟਕੈਤ ਸਾਹਿਬ ਕਹਿੰਦੇ ਵੀ ਤੁਸੀਂ ਯਾਰ ਕਲਾ ਪਿੰਡ ਪਿੰਡ ਵਿੱਚੋਂ ਭਰੋ ਟਰਾਲੀਆਂ ਹੱਲ ਨਹੀਂ ਬਣਨੀ ਕੰਗਰ ਨਾਲ ਖਿੱਚ ਲੈ ਟੱਕਾ ਆਹ ਖਿੱਚ ਲੈ ਬੀਬੀ ਖਿੱਚ ਲੈ ਬਾਬਾ ਓਏ ਖਿੱਚ ਤਿਆਰੀ ਵੇਚਾ ਪਏਗਾ ਸੱਜਣ ਦਾ ਖਿੱਚ ਲੈ ਟੱਕਾ ਖਿੱਚ ਤਿਆਰੀ ਵੇਚਾ ਪਏਗਾ ਸੱਜਣ ਦਾ ਖਿੱਚ ਲੈ ਟੱਕਾ ਖਿੱਚ ਤਿਆਰੀ ਵੇਚਾ ਪਏਗਾ ਸੱਜਣ ਦਾ ਖਿੱਚ ਲੈ ਟੱਕਾ ਖਿੱਚ ਤਿਆਰੀ ਸਾਨੂੰ ਹੁਣ ਤੱਕ ਭਗਤ ਸਿੰਘ ਦੀ ਇਕੱਲੀ ਪਿਸਤੌਲ ਵਾਲੀ ਫੋਟੋ ਹੀ ਦਿਖਾਈ ਗਈ। ਜਦੋਂ ਬਾਬਾ ਸਾਡਾ ਸ਼ਹੀਦ ਹੋਇਆ ਕਿਹਨੂੰ ਪੜ੍ਹਦਾ ਸੀਗਾ? ਆਖਰੀ ਪੰਨਾ ਲੈਨਨ ਦੀ ਕਿਤਾਬ ਦਾ ਜਿਹੜਾ ਮੋੜ ਕੇ ਰੱਖ ਗਿਆ ਸੀ ਉਹ ਦੁਬਾਰੇ ਪੰਜਾਬੀਆਂ ਨੇ ਖੋਲ ਲਿਆ, ਦੁਬਾਰੇ ਯੂਪੀ ਵਾਲਿਆਂ ਨੇ ਖੋਲ ਲਿਆ, ਰਾਜਸਥਾਨ ਵਾਲੇ ਨੇ, ਹਰਿਆਣਾ ਵਾਲੇ, ਸਾਡੇ ਜਿੰਨੇ ਵੀ ਕ੍ਰਾਂਤੀਕਾਰੀ ਲੋਕ ਨੇ ਸਾਰਿਆਂ ਨੇ ਜਿਹੜਾ ਵਰਕਾ ਸਰਦਾਰ ਭਗਤ ਸਿੰਘ ਜਾਂਦਾ ਹੋਇਆ ਮੋੜ ਗਿਆ ਸੀ ਕਿਤਾਬ ਦਾ। ਯਾਰ ਜੇ 23 ਸਾਲ ਦਾ ਉਹ ਸ਼ਹੀਦੀ ਪਾ ਗਿਆ, ਅਸੀਂ ਕੀ ਨਹੀਂ ਕਰ ਸਕਦੇ। ਅੱਜ ਜਦੋਂ ਅਸੀਂ ਇਕੱਠੇ ਹੋਇਆ ਨਾ, ਸਰਕਾਰਾਂ ਨੂੰ ਵਕਤ ਪਾਤਾ, ਕੱਲੇ ਕੱਲੇ ਉਸ ਅਧਾਰੇ ਨੂੰ ਵਕਤ ਪਾਤਾ ਜਿਹੜਾ ਵਿਕਿਆ ਹੋਇਆ ਸਰਕਾਰਾਂ ਦੇ ਹੱਥ। ਲੀਡਰ ਇਹਨਾਂ ਮਹਿਕਾਂ ਤੇ ਬੋਲਣ ਨੂੰ ਤਰਸਦੇ ਨੇ, ਤੁਹਾਡੀ ਤਾਕਤ ਬਹੁਤ ਵੱਡੀ ਆ। ਅਕਲਾਂ ਵਾਲੇ ਚੱਕ ਲੋ ਕਲਮਾਂ ਮਾਰ ਲੈਣਗੇ ਰਫਲਾ ਸਾਨੂੰ। ਕਈ ਸਾਡੇ ਭਰਾ 26 ਤਰੀਕ ਨੂੰ ਆਖਰੀ ਡੇਟ ਕਹੀ ਜਾਂਦੇ ਨੇ ਅੰਦੋਲਨ ਦੀ। 26 ਤਰੀਕ ਨੂੰ ਪਤਾ ਨਹੀਂ ਲਾਲ ਕਿਲੇ ਦੀਆਂ ਇੱਟਾਂ ਘਰੇ ਲੈ ਜਾਣੀਆਂ ਨੇ, ਲਾਲ ਕਿਲਾ ਢਾਹ ਦੇਣਾ, ਆਹ ਕਰ ਦੇਣਾ, ਉਹ ਕਰ ਦੇਣਾ। ਪਰ ਸੱਚ ਜਾਣਿਓ, ਤੁਹਾਡਾ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ। ਕਿਉਂ ਬਣ ਗਿਆ? ਕਿਉਂਕਿ ਪੀਸਫੁਲ ਅੰਦੋਲਨ ਆ, ਸ਼ਾਂਤਮਈ ਅੰਦੋਲਨ ਆ। ਸਭ ਤੋਂ ਖਤਰਨਾਕ ਬੰਦਾ ਪਤਾ ਕਿਹੜਾ ਹੁੰਦਾ? ਅੱਜ ਤੁਸੀਂ ਹਿਸਾਬ ਲਾ ਲਓ, ਜੇ ਇੱਥੇ ਸਟੇਜ ਤੇ ਮੇਰੇ ਕੋਲ ਆ ਕੇ ਕੋਈ ਬੰਦਾ ਬਹਿ ਜੇ, ਜਦੋਂ ਮੈਨੂੰ ਦੱਸ ਦੇ ਕਿਉਂ ਬੈਠਾ, ਜੇ ਉਹ ਦੱਸ ਹੀ ਨਹੀਂ ਰਿਹਾ, ਚੁੱਪਚਾਪ ਬੈਠਾ, ਸਭ ਤੋਂ ਖਤਰਨਾਕ ਆ। ਮੈਨੂੰ ਵੀ ਐ ਹੋਊਗਾ ਮੈਂ ਕਿਸੇ ਨੇ ਚੱਕ ਕੇ ਨਾ ਲੈ ਜੇ ਕਿਤੇ ਮੈਨੂੰ ਕੰਜਰ ਦਾ, ਪਤਾ ਨਹੀਂ ਕਿਉਂ ਬੈਠਾ ਜਾ ਰਿਹਾ ਕਿ। ਸੋ ਕਿਤੇ ਨਾ ਕਿਤੇ ਆਪਾਂ ਇਹਨਾਂ ਦੀ ਦੇਲੀ ਦੇ ਉੱਤੇ ਬੈਠੇ ਆ, ਆਪਾਂ ਇਹਨਾਂ ਦੇ ਹਿੱਕ ਦੇ ਉੱਤੇ ਬੈਠੇ ਆ। ਆਪਾਂ ਬੈਠੇ ਜਿਆਦਾ ਖਤਰਨਾਕ ਆ ਉੱਥੇ ਜਾਣ ਨਾਲ। ਆਪਾਂ ਪਰੇਡ ਕੱਢਾਂਗੇ, ਪਰ ਪਰੇਡ ਏਦਾਂ ਦੀ ਕੱਢਾਂਗੇ ਜਿਹੜੇ ਸਾਡੇ ਸੱਜਣ ਦਿੱਲੀ ਦੇ ਵਿੱਚ ਪੰਜਾਬੀ ਲੋਕ ਜਿਹੜੇ ਵਸਦੇ ਨੇ ਉਹ ਵੀ ਕਹਿਣ, ਉਹ ਵੀ ਕੱਲ ਨੂੰ ਆਪਣੇ ਗਵਾਂਢੀ ਨੂੰ ਕਹਿਣ, ਜੋ ਕਿ ਹੁਣ ਵੀ ਇੱਕ ਤੁਹਾਡੀ ਲਾਲ ਕਿਲੇ ਵਾਲੀ ਪਰੇਡ ਸੀ, ਇੱਕ ਸਾਡੀ ਆਹ ਪਰੇਡ ਸੀ ਟਰੈਕਟਰ ਵਾਲੀ। ਦੇਖੀ ਆ ਫਿਰ ਇਹਦੇ ਵਿੱਚ ਅਨੁਸ਼ਾਸਨ ਕਿੰਨਾ ਸੀਗਾ, ਇਹਦੇ ਵਿੱਚ ਡਿਸਪਲਿਨ ਕਿੰਨਾ ਸੀਗਾ। ਇਹ ਮੇਰੇ ਆਪਦੇ ਲੋਕ ਨੇ। ਹਰ ਬੰਦਾ ਜਿਹੜਾ ਦਿੱਲੀ ਦੇ ਅੰਦਰ ਬੈਠਾ ਉਹ ਸਾਡੇ ਨਾਲ ਆ, ਸਾਡੇ ਅੰਦੋਲਨ ਦੇ ਨਾਲ ਆ। ਪਰ ਮੈਨੂੰ ਲੱਗਦਾ ਵੀ ਸਾਨੂੰ ਇਹ ਚੀਜ਼ ਦਿਖਾਉਣੀ ਪੈਣੀ ਆ। 26 ਨੂੰ ਆਪਾਂ ਸ਼ਾਂਤਮਈ ਅੰਦੋਲਨ, ਸ਼ਾਂਤਮਈ ਪਰੇਡ ਆ ਜਿਹੜੀ ਕਰਨੀ ਆ।
मेरी हिंदी यही लगती है जो मैं झूठ बोलता हूँ। सो आने वाली 26 तारीख को जो ये परेड निकालनी है हमने, ये शांतमय होनी चाहिए भाई। हाथ जोड़ के मेरी यही बेनती है, जितनी मेरी हिंदी थी। और ਜਿਹੜਾ ਇਹ ਅੰਦੋਲਨ ਆ ਨਾ, ਇਹ ਸਭ ਤੋਂ ਵੱਡਾ ਅੰਦੋਲਨ ਪਤਾ ਕਿਉਂ ਬਣਿਆ? ਕਿਉਂਕਿ ਹਰ ਇੱਕ ਮਿਹਨਤੀ ਬੰਦਾ, ਚਾਹੇ ਕੋਈ ਕੈਨੇਡਾ ਬੈਠਾ, ਚਾਹੇ ਕੋਈ US ਬੈਠਾ, ਚਾਹੇ ਯੂਰਪ 'ਚ ਬੈਠਾ, ਚਾਹੇ ਆਸਟ੍ਰੇਲੀਆ, ਨਿਊਜ਼ੀਲੈਂਡ, ਚਾਹੇ यूपी 'ਚ ਬੈਠਾ, ਚਾਹੇ ਰਾਜਸਥਾਨ 'ਚ, ਕਰਨਾਟਕਾ, ਮਹਾਰਾਸ਼ਟਰ, ਜਿੱਥੇ ਵੀ ਬੈਠਾ, ਹਰੇਕ ਬੰਦੇ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਜੇ 100 ਰੁਪਇਆ ਕਮਾਉਣਾ ਤਾਂ 50 ਰੁਪਏ ਇੱਥੇ ਲਾ ਜਾ ਬੰਦਾ ਆ ਕੇ ਲੰਗਰਾਂ ਦੇ ਉੱਤੇ। ਹਰੇਕ ਬੰਦੇ ਦੀ ਪਸੀਨੇ ਦੀ, ਮੁੜਕੇ ਦੀ, ਖੂਨ ਦੀ ਕਮਾਈ ਆ ਜਿਹੜੀ, ਉਹਦੇ ਨਾਲ ਇਹ ਅੰਦੋਲਨ ਚੱਲ ਰਿਹਾ। ਤਾਂ ਸਭ ਤੋਂ ਵੱਡਾ ਅੰਦੋਲਨ ਆ। ਸਾਡੀ ਇੱਕ ਵੀ ਗਲਤੀ, ਸਾਡੀ ਕਿਸੇ ਦੀ ਪਰਸਨਲੀ ਇੱਕ ਗਲਤੀ ਹਰ ਉਸ ਬੰਦੇ ਦਾ ਦਿਲ ਤੋੜ ਸਕਦੀ ਹੈ, ਦੁਨੀਆ ਦੇ ਕਿਸੇ ਵੀ ਕੋਨੇ ਜਿਹੜਾ ਬੈਠਾ ਅੰਦੋਲਨ ਲੜ ਰਿਹਾ। ਸੋ ਸਾਡੀ ਇੱਕ ਗਲਤੀ ਕਿਸੇ ਦਾ ਦਿਲ ਤੋੜ ਸਕਦੀ ਆ। ਜਿਹੜਾ 26 ਤਰੀਕ ਨੂੰ ਸਟੈਪ ਲੈਣਾ, ਜੇ ਆਪਾਂ 26 ਤਰੀਕ ਸ਼ਾਂਤ ਵਿੱਚ ਗਰੰਟ ਆ ਗਿਆ ਨਾ, ਤਾਂ ਸਾਨੂੰ ਅੰਦੋਲਨ 'ਚ ਕੋਈ ਨਹੀਂ ਹਰਾ ਸਕਦਾ। ਤਾਂ ਸਾਡਾ ਅੰਦੋਲਨ ਪ੍ਰਾਪਤੀਆਂ ਬਹੁਤ ਵੱਡੀਆਂ ਹੋ ਜਾਣਗੀਆਂ ਸਾਡੀਆਂ। ਸੋ ਆ ਬੇਨਤੀਆਂ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਰੱਖਿਆ ਸੀਗਾ ਵੀ 26 ਤਰੀਕ ਨੂੰ ਜਿਹੜਾ ਪ੍ਰੋਟੈਸਟ ਆ ਉਹ ਪਤਾ ਲੱਗ ਜਾਏ ਦੁਨੀਆ ਵੀ ਕਿਸਾਨਾਂ ਦੀ ਪਰੇਡ ਕੀ ਹੋਈ ਹੈ। ਵੋਟਾਂ ਵੇਲੇ ਤਾਲ ਚੱਲਦੇ करने वाले लोगों, जो बैठ का होता है, बैठ का हम कहते हैं बल्द को, बल्द कहते हैं जो बैल, बैल, हाँ सच बैल। कुछ बैल नहीं होते लेकिन सब जिसको हाली निकालता है, जो अड़प होते हैं, बहुत अड़प होते हैं ना, ये बैल भी बहुत अड़प है। ये सेंटर वाले बैल भी बहुत अड़प है, इनको भी हाली निकालेंगे, उनके साथ हाली निकालेंगे इनको। सेंटर दे नथ पौड़ी पेड़ी बड़े बैठ के हाली बापू फिक्र करी ना, नाल खड़ा है तेरा
ਉਹ ਲਾਈਨਾਂ ਯਾਦ ਆ ਗਿਆ ਕਹਿੰਦਾ हम देश के हम जाट देश के प्यार की हम ही भर लेंगे रमोती 3-5 मत करिए गोटे नीचे धर लेंगे हम दुनिया के जाट प्यार की हम ही भर लेंगे रमोती 3-5 मत करिए गोटा नीचे धर लेंगे हम सीधे से मानस रे बल फेर नया वे मन में प्यार की खातर जहर भी दे दे वो भी भर लेंगे सीधे से मानस रे बल फेर नया वे मन में प्यार की खातर जहर भी दे दे वो भी जर लेंगे हम खेतों के राज प्यार की हम ही भर लेंगे हम खेतों के राज प्यार की हम ही भर लेंगे 3-5 मत करियो गोटे नीचे धर लेंगे 3-5 मत करियो गोटे धर लेंगे भाई जी एक बेनती है इमरजेंसी सी गोंडा गांव है एक गोंडा गांव का कोई लड़का बेहोश हो गया इधर तो कोई भी भाई साहब सुन रहे हो कोई गोंडा गांव उसके साथ के कोई भी हो गोंडा जिला सॉरी गोंडा जिला तो वो प्लीज इधर स्टेज के लेफ्ट साइड पे है वो देख लें आके और दूसरा एक बेनती है वीर वो लाइनर के ऊपर जो चढ़े हुए हैं प्लीज ये ना गिर सकता है ये ना गिर सकता बड़े मेरे बेनती है प्लीज अपन बड़े मेरे आप परले पास हो जो बेनती है पता गल की जे गिर गया अपना प्रोग्राम तेन पता रुक जूगा फिर बहुत सोहना चल रहा है प्लीज लाइनर तो बड़े मेरे थले हो जाओ भरा प्लीज यार ਇਹਦਾ ਦੇਖੋ ਆਪਣਾ ਡਿਸਪਲਿਨ ਹੁੰਦਾ ਹੈ ਨਾ ਸਮਝਣ ਦੀ ਇੱਕ ਵਾਰੀ ਕਹਿਣ ਤੋਂ ਬਾਅਦ ਦੁਬਾਰਾ ਲੋੜ ਨਾ ਪਵੇ ਕਹਿਣ ਦੀ ਲਓ ਜੀ ਹਾਂਜੀ ਕਰੋ ਉੱਤਰ ਜੋ ਨਹੀਂ ਸਾਨੂੰ ਸਟੇਜ ਤੇ ਉਤਰਨਾ ਪਊਗਾ ਲਾਈਨਰ ਬੰਦ ਹੋ ਗਏ ਤਾਂ ਉੱਤਰ ਜਾਓ ਮੇਰੇ ਵੀਰ ਵੱਖਰਾ ਦੁਨੀਆ ਤੋਂ ਇਤਿਹਾਸ ਸਾਡਾ ਉਹ ਦੁਨੀਆ ਵਾਲੇ ਨੇ ਤਾਂ ਹੀ ਮੁਰੀਦ ਸਾਡੇ ਪੈਰ ਪੈਰ ਤੇ ਪਰਖਿਆ ਜ਼ਾਲਮਾਂ ਨੇ ਜਿਹੜੇ ਹੋਏ ਨੇ ਨਾ ਉਮੀਦ ਸਾਡੇ ਨੀਹਾਂ ਵਿੱਚ ਵੀ ਡੋਲਿਆ ਖਾਲਸਾ ਨਹੀਂ ਸਕਿਆ ਨਹੀਂ ਮਾਨ ਕੋਈ ਖਰੀਦ ਸਾਡੇ ਉਹ ਜਿੰਨੇ ਰਹਿਬਰ ਨੇ ਕਿਸੇ ਵੀ ਕੌਮ ਕੋਲੇ ਉਹ ਤੂੰ ਵੱਧ ਕੇ ਹਨ ਸ਼ਹੀਦ ਸਨ ਹੱਕ ਸੱਚ ਲਈ ਲੜੋ ਯੋਧਿਓ ਕਹਿ ਗਏ ਗਦਰੀ ਬਾਬੇ ਲੱਖਾਂ ਭਗਤ ਸਿੰਘ ਨੇ ਅੱਜ ਵੀ ਮੁੱਕਣੇ ਨਹੀਂ ਸਰਾਬੇ
ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ, ਵੈਰੀ ਗੋਲੀਆਂ ਜੇ ਗਿਣ ਕੇ ਮਾਰਦਾ ਨਹੀਂ, ਉਹ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਸਦਾ ਸ਼ਹੀਦਾਂ ਦੀ ਕਬਰ ਤੇ ਲੱਗਣ ਮੇਲੇ, ਤੇ ਲੋਕੀ ਜ਼ਾਲਮ ਦੀ ਵੜੀ ਤੇ ਥੁੱਕਦੇ ਨਹੀਂ। ਊਧਮ ਸਿੰਘ ਦਾ ਪਿਸਟਲ ਖਾਬਾਂ ਦੇ ਵਿੱਚ ਘੁੰਮਦਾ ਏ। ਸ਼ਹੀਦ ਊਧਮ ਸਿੰਘ ਨੇ ਜਦੋਂ ਪੂਰਾ ਨਾਂ ਪੁੱਛਿਆ ਗਿਆ ਨਾ ਉਹਨੂੰ ਅਦਾਲਤ ਦੇ ਵਿੱਚ, ਤਾਂ ਉਹਨੇ ਪੂਰਾ ਨਾਂ ਦੱਸਿਆ ਸੀਗਾ ਰਾਮ ਮੁਹੰਮਦ ਸਿੰਘ ਆਜ਼ਾਦ। ਰਾਮ ਮੁਹੰਮਦ ਸਿੰਘ ਆਜ਼ਾਦ। ਇਹੀ ਗੱਲਾਂ ਅਸੀਂ ਸਟੇਜਾਂ ਤੋਂ ਕਰਦੇ ਹੁੰਦੇ ਆ। ਜਿਹੜੇ ਸ਼ਹੀਦ ਹੁੰਦੇ ਨੇ, ਜਿਹੜੇ ਜਜ਼ਬਾ ਰੱਖਦੇ ਨੇ ਮਾਨਵਤਾ ਵਾਸਤੇ, ਮਨੁੱਖਤਾ ਵਾਸਤੇ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹਨਾਂ ਦੀ ਕੋਈ ਜ਼ਾਤ ਨਹੀਂ ਹੁੰਦੀ, ਉਹ ਸਾਡੇ ਸਭ ਦੇ ਸਾਂਝੇ ਹੁੰਦੇ ਨੇ। ਸੋ ਸ਼ਹੀਦ ਊਧਮ ਸਿੰਘ ਦੇ ਵਾਰਸ ਆ ਅਸੀਂ। ਸਾਡਾ ਧਰਮ ਇੱਕੋ ਹੀ ਆ, ਸਾਡਾ ਧਰਮ ਆ ਰੋਟੀ, ਸਾਡਾ ਧਰਮ ਆ ਮਨੁੱਖਤਾ ਬਚੇ। ਸਾਰੇ ਜਣੇ ਆਪਾਂ ਜਿਹੜੀ ਬਣਦੀ ਰੋਟੀ ਆ, ਜਿਹੜਾ ਬਣਦਾ ਸਤਿਕਾਰ ਆ, ਉਹ ਸਾਨੂੰ ਸਭ ਨੂੰ ਮਿਲੇ। ਸੋ ਇਸੇ ਚੀਜ਼ ਲਈ ਅਸੀਂ ਵਚਨਬੱਧ। ਊਧਮ ਸਿੰਘ ਦਾ ਪਿਸਟਲ ਖਾਬਾਂ ਦੇ ਵਿੱਚ ਘੁੰਮਦਾ ਏ। ਬਿਰਲਾ ਹੀ ਕੋਈ ਕੌਮ ਦੀ ਖਾਤਰ ਰੱਸਾ ਚੁੰਮਦਾ ਏ। ਹੱਕ ਲਈ ਉੱਠੀਆਂ ਤਲਵਾਰਾਂ ਕਿੱਥੇ ਝੁਕਦੀਆਂ ਨੇ, ਜਿੱਥੇ ਵਕਤ ਦਲੇਰੀਆਂ ਕੌਮਾਂ ਕਦੇ ਨਾ ਮੁੱਕਦੀਆਂ ਨੇ, ਜਿੱਥੇ ਵਕਤ ਦਲੇਰੀਆਂ ਕੌਮਾਂ ਕਦੇ ਨਾ ਮੁੱਕਦੀਆਂ ਨੇ, ਜਿੱਥੇ ਵਕਤ ਦਲੇਰੀਆਂ ਕੌਮਾਂ ਕਦੇ ਨਾ ਮੁੱਕਦੀਆਂ ਨੇ। ਉਹ ਕੌਮਾਂ ਕਦੇ ਨਾ ਮੁੱਕਦੀਆਂ ਨੇ। ਯਾਰ ਬਹਿ ਜਾਓ। ਹੈਲੋ ਵਲੰਟੀਅਰ ਸਾਹਿਬ ਬਹਿ ਜਾਓ, ਬੇਨਤੀ ਹੈ ਸਾਰੇ। ਮੈਂ ਕਹਿੰਦਾ ਹਾਂਜੀ ਅੱਗੇ ਬਹਿ ਜਾਓ ਆ ਕੇ। ਅੱਛਾ ਹਾਂ, ਪਤਾ ਕੀ ਹੈ ਯਾਰ, ਬਹਿ ਜਾਓ, ਕਿਉਂਕਿ ਫਿਰ ਟੁੱਟ ਜਾਂਦੀ ਆ ਜਿਹੜੀ ਲੈ ਜੀ ਬਣੀ ਹੁੰਦੀ ਹੈ ਇੱਕ ਨਾ, ਜਦੋਂ ਸਾਰੇ ਤੁਸੀਂ ਸੁਣਦੇ ਹੋ ਸਤਿਕਾਰ ਨਾਲ, ਫਿਰ ਇੱਕ ਸਵਾਦ ਆਉਂਦਾ। ਸੋ ਸਾਰੇ ਜਣੇ ਸੁਣ ਕੇ ਇੱਕ ਵਾਰੀ ਇਹ ਪ੍ਰੋਗਰਾਮਾਂ ਦਾ ਸਾਡਾ ਮੰਤਵ ਤੇ ਮੇਰੇ ਤੋਂ ਬਾਅਦ ਮੇਰਾ ਭਰਾ ਇੱਕ ਹਰਿਆਣਵੀ ਸਾਡਾ ਭਰਾ, ਉਹਨੇ ਵੀ ਗੀਤ ਗਾਉਣਾ, ਅਜੇ ਹੋਡਾ ਸਾਡਾ ਭਰਾ, ਉਹ ਵੀ ਆਇਆ ਹੋਇਆ। ਮੈਂ ਉਹਨਾਂ ਨੂੰ ਕਹੂੰਗਾ ਸਟੇਜ ਦੇ ਨੇੜੇ ਪਹੁੰਚਣ। ਉਸ ਤੋਂ ਬਾਅਦ ਕਮਰ ਬਾਈ। ਸੋ ਮੈਂ ਇੱਕ ਦੋ ਗੀਤ ਗਾ ਕੇ ਬਸ ਕਦੇ ਕੋਈ ਨਹੀਂ ਯਾਰ ਸਿੰਘੋ ਘੋੜੇ ਫੇਰ ਭਜਾ ਲਿਓ। ਅੱਛਾ ਠੀਕ ਹੈ। ਹਾਂ ਹੁਣ ਟਕਿਆ ਜਾ ਕਰ ਲਓ, ਫੇਰ ਨਜ਼ਾਰਾ ਆਊਗਾ ਨਾ। ਹੱਕਾਂ ਤੇ ਵੀ ਜ਼ੋਰ ਦੇ लिए बड़ा है दे लिया फड़कां ते, रोज नहीं उठदियां लहरां, आ जाओ मुंडिओ सड़कां ते। हक्कां ते भी जोर दे लिए बड़ा है दे लिया फड़कां ते, रोज नहीं उठदियां लहरां, आ जाओ मुंडिओ सड़कां ते। ਜਿਹੜਾ ਜਿੱਥੇ ਆ ਗਿਆ ਨਾ, ਜਿਹੜਾ ਸੰਘਰਸ਼ ਵਾਲੀ ਜ਼ਮੀਨ ਤੇ ਬੈਠਾ, ਉਹਦਾ ਨਾਂ ਇਤਿਹਾਸ 'ਚ ਦਰਜ ਹੋ ਗਿਆ। ਕੱਲ ਨੂੰ ਆਪਦੇ ਬੱਚਿਆਂ ਨੂੰ ਅਸੀਂ ਸਾਰੇ ਦੱਸਿਆ ਕਰਾਂਗੇ। ਇੱਕ ਅੰਦੋਲਨ ਲੜਿਆ ਗਿਆ ਸੀਗਾ, ਸੱਚ ਤੇ ਝੂਠ ਦਾ ਅੰਦੋਲਨ ਸੀਗਾ, ਸਾਡੇ ਹੱਕਾਂ ਦਾ ਅੰਦੋਲਨ ਸੀਗਾ, ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਸੀ। ਜਿਹੜੀਆਂ ਸਾਡੀਆਂ ਭੈਣਾਂ ਮੂਹਰੇ ਬੈਠੀਆਂ ਨੇ ਸਾਰੀਆਂ ਨਾ, ਇਹ ਮਾਣ ਨਾਲ ਕਿਹਾ ਕਰਨਗੀਆਂ ਆਪਣੇ ਪੋਤਿਆਂ ਨੂੰ, ਆਪਣੇ ਬੱਚਿਆਂ ਨੂੰ ਵੀ ਅਸੀਂ ਇਸ ਅੰਦੋਲਨ ਦੇ ਵਿੱਚ ਸੀਗੇ, ਅਸੀਂ ਸਾਰੇ, ਸਾਡੀ ਸ਼ਮੂਲੀਅਤ ਸੀ ਇਸ ਅੰਦੋਲਨ ਦੇ ਵਿੱਚ। ਇੱਕ ਹੋਰ ਮੈਨੂੰ ਲੱਗਦਾ ਸਾਡੇ ਸੱਜਣ ਆਏ ਨੇ, ਸੋ ਉਹਨਾਂ ਨੂੰ ਵੀ ਬਹਿ ਲੈਣ ਤੇ ਫੇਰ ਹੀ ਆਪਾਂ ਕਰੰਟ ਕੱਢਦੇ ਹਾਂ, ਕਿਉਂਕਿ हक्का ते भी जोर दे लिए बड़ा है दे लिया फड़कां ते।
ਰੋਜ਼ ਰੋਜ਼ ਨੀ ਉੱਠਦੀਆਂ ਲਹਿਰਾਂ ਆ ਜਾ ਮੁੰਡਿਓ ਸੜਕਾਂ ਤੇ ਢਿੱਡ ਭਰਦੇ ਨਹੀਂ ਜਵਾਕਾਂ ਦਾ ਤੇਰੇ ਰੋਜ਼ ਰੋਜ਼ ਦੇ ਲਾਰੇ ਨੀ ਤੇਰਾ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਤੇਰਾ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਤੇਰਾ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਵੋਟਾਂ ਵੋਟਾਂ ਲੈ ਲੂ ਕੇ 5 ਸਾਲ ਲੱਭਦੇ ਆਗੂ ਨੇ ਜਿੰਨੀਆਂ ਵੀ ਮਾਰੂ ਨੀਤੀਆਂ ਨੇ ਸੈਂਟਰ ਚ ਹੁੰਦੀਆਂ ਲਾਗੂ ਵੋਟਾਂ ਵੋਟਾਂ ਯਾਦ ਰੱਖਿਓ ਇਹ ਗੱਲਾਂ ਹੁਣ ਇਹ ਗੱਲਾਂ ਯਾਦ ਰੱਖਿਓ ਜਦੋਂ ਜਾਓਗੇ ਘਰਾਂ ਨੂੰ ਵੋਟਾਂ ਵੋਟਾਂ ਲੈ ਲੂ ਕੇ 5 ਸਾਲ ਲੱਭਦੇ ਆਗੂ ਨੇ ਜਿੰਨੀਆਂ ਵੀ ਮਾਰੂ ਨੀਤੀਆਂ ਨੇ ਸੈਂਟਰ ਚ ਹੁੰਦੀਆਂ ਲਾਗੂ ਨੇ ਜਿਹੜੇ ਰਾਤ ਨੂੰ ਦੇਖੇ ਹੋਣੇ ਨੇ ਹੁਣ ਦਿਨੇ ਦਿਸਣਗੇ ਤਾਰੇ ਨੀ ਤੇਰਾ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਤੇਰਾ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਤੇਰਾ ਬਾਪਿਆ ਏ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀ ਉੱਠੀ ਲਹਿਰ ਕੱਲਾ ਕੱਲਾ ਨੌਜਵਾਨ ਉੱਠਿਆ ਅੱਜ ਪਿੰਡ ਪਿੰਡ ਵਿੱਚੋਂ ਇਹ ਤੂਫਾਨ ਉੱਠਿਆ ਉੱਠੀ ਲਹਿਰ ਕੱਲਾ ਕੱਲਾ ਨੌਜਵਾਨ ਉੱਠਿਆ ਅੱਜ ਪਿੰਡ ਪਿੰਡ ਵਿੱਚੋਂ ਇਹ ਤੂਫਾਨ ਉੱਠਿਆ ਹੁਣ ਜੰਗ ਜਦੋਂ ਛਿੜੀ ਜਿਹੜੇ ਕਹਿੰਦੇ ਸੀ ਨਸ਼ੇੜੀ ਬਥੇਰਾ ਕਿਹਾ ਕਹਿੰਦੇ ਪੰਜਾਬ ਦੇ ਨੌਜਵਾਨ ਸਾਰੇ ਜਿੰਨੇ ਵੀ ਤੁਸੀਂ ਨੌਜਵਾਨ ਹੋ ਜਵਾਨੀ ਆ ਸਰਕਾਰਾਂ ਨੂੰ ਵਹਿਮ ਸੀ ਵੀ ਇਹ ਨਸ਼ੇੜੀ ਹੋ ਗਏ ਇਹ ਤਾਂ ਫੋਨਾਂ ਚੋਕੇ ਰਹਿ ਗਏ ਘਰਦਿਆਂ ਦੀ ਕਿੱਥੇ ਮੰਨਦੇ ਨੇ ਹੁਣ ਇਹ ਤਾਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਫੜਾਉਂਦੇ ਇਹ ਅੰਦੋਲਨ ਕਿੱਥੇ ਲੜਨਗੇ ਆ ਬੈਠੀਆਂ ਨੇ ਸਾਡੀਆਂ ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਗੰਢੇ ਚੀਰਦੇ ਨੇ ਹੁਣ ਇਹ ਸਾਰੇ ਜਿਹੜੇ ਕਹਿੰਦੇ ਸੀ ਨਸ਼ੇੜੀ ਅੱਜ ਜੰਗ ਜਦੋਂ ਛੇੜੀ ਉਹੀ ਬੰਦਾ ਤੈਨੂੰ ਸਾਬ ਕਰਦਾ ਜ਼ਿੰਦਾਬਾਦ ਨੀ ਜਵਾਨੀ ਏ ਹੁਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਨੀ ਜਵਾਨੀ ਏ ਉਹ ਹੁਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਨੀ ਜਵਾਨੀ ਏ ਇੱਕ ਦਿਨ ਮੇਰੀ ਕਿਸੇ ਕਿਸਾਨ ਆਗੂ ਨਾਲ ਗੱਲ ਹੋ ਰਹੀ ਮੈਂ ਕਿਹਾ ਜੀ ਆਪਾਂ ਜਦ ਝੰਡੇ ਚੱਕੀ ਫਿਰਦੇ ਰਹਿੰਦੇ ਆ ਜਿਹੜੇ ਕਿਸਾਨ ਬੰਦੇ ਆ ਦਾਤੀ ਵਾਲੇ ਮੈਂ ਕਿਹਾ ਜੇ ਹੁਣ ਕੋਈ ਅਸਲਾ ਹਥਿਆਰ ਹਥੂਰ ਲੈ ਕੇ ਆਪਾਂ ਨੂੰ ਪੈ ਜੇ ਫਿਰ ਆਪਣੇ ਕੋਲ ਡਿਫੈਂਸ ਵਾਸਤੇ ਕੀ ਆ ਉਹ ਕਹਿੰਦਾ ਬਸ ਝੰਡਾ ਲਾ ਕੇ ਕਹਿੰਦਾ ਫਿਰ
ਪੁੱਠਾ ਕਰ ਲੈਂਦੇ ਆ, ਕਹਿੰਦਾ ਫਿਰ ਝੰਡੇ ਨੂੰ ਪੁੱਠੇ ਪਾਸਿਓਂ ਫੜ ਲੈਂਦੇ ਆ, ਕਹਿੰਦਾ ਫਿਰ ਡਾਂਗ ਫੇਰ ਦਿੰਦੇ ਆ, ਕਹਿੰਦਾ ਜੇ ਟੜਦਾ ਕਹਿੰਦਾ ਇੱਕ ਤੇ ਦਿੱਲੀ ਦੇ ਸਵਰਾਜ ਚੜੇ ਹੋਏ ਨੇ, ਦਾਤੀ ਵਾਲੇ ਹੱਥਾਂ ਵਿੱਚ ਝੰਡੇ ਫੜੇ ਹੋਏ ਨੇ। ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜਦੇ, ਓਏ ਇੱਕ ਪਾਸਾ ਕਰੇ ਬਿਨਾ ਹੁਣ ਕਿੱਥੇ ਮੁੜਦੇ। ਤੁਸੀਂ ਗਾਓ ਸਾਰੇ। ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜਦੇ, ਇੱਕ ਪਾਸਾ ਕਰੇ ਬਿਨਾ ਹੁਣ ਕਿੱਥੇ ਮੁੜਦੇ। ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜਦੇ, ਓਏ ਇੱਕ ਪਾਸਾ ਕਰੇ ਬਿਨਾ। ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜਦੇ, ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜਦੇ। ਕੋਈ ਕਵੇ ਵੱਖਵਾਦੀ, ਕੋਈ ਕਵੇ ਅੱਤਵਾਦੀ, ਤੱਕ ਬਣਿਆ ਨੂੰ ਨਾਨਕ ਦਾ ਖਾਬ ਕਰਦਾ। ਜ਼ਿੰਦਾਬਾਦ ਨੀ ਜਵਾਨੀ ਏ, ਹੁਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ। ਜ਼ਿੰਦਾਬਾਦ ਨੀ ਜਵਾਨੀ ਏ, ਹੁਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ। ਜ਼ਿੰਦਾਬਾਦ ਨੀ ਜਵਾਨੀ ਏ। ਜਿਉਂਦਾ ਰਹਿ, ਜਿਉਂਦਾ ਰਹਿ, ਕਿਆ ਬਾਤ ਆ, ਪਰ ਕਿਤੇ ਟੇਕੀ ਨਾ ਜਾਈਏ। ਜਿਉਂਦਾ ਰਹਿਣ ਦੀ ਅਸੀਸ ਵੀ ਮੈਂ ਤਾਂ ਹੀ ਦੇ ਸਕਦਾ ਜੇ ਸੇਫ ਹੋਇਆ ਦੂਰ ਤੇ। ਜਿਉਂਦੇ ਰਹੋ। ਜਵਾਨ ਵੇ ਤੇ ਸਾਰੇ ਗੱਭਰੂ ਦੁਆਬੇ ਦੇ, ਓਏ ਪੁੱਤ ਦਸ਼ਮੇਸ਼ ਦੇ ਤੇ ਵੀਰ ਦੇ ਸਰਾਬੇ ਦੇ। ਜਿਹੜੀ ਹੁਣ ਅਗਲੀ ਗਾਣੇ ਦੀ ਲਾਈਨ ਆ ਉਹ ਸਾਡੀਆਂ ਬੀਬੀਆਂ ਗਾਉਣਗੀਆਂ। ਮੈਂ ਇੱਕ ਵਾਰੀ ਗਾ ਲੂੰਗਾ, ਤੁਸੀਂ ਪਿੱਛੇ ਗਾਉਣੀਆਂ। ਪੁੱਤਾਂ ਦੇ ਸਿਰਾਂ ਤੇ ਬਣ ਛਾਵਾਂ ਪਹੁੰਚ ਗਈਆਂ ਨੇ, ਪਹੁੰਚੀਆਂ ਨੇ ਭੈਣਾਂ ਨਾਲੇ ਮਾਵਾਂ ਪਹੁੰਚ ਗਈਆਂ ਨੇ। ਪਹੁੰਚੀਆਂ ਨੇ ਭੈਣਾਂ ਨਾਲੇ ਮਾਵਾਂ ਪਹੁੰਚ ਗਈਆਂ ਨੇ, ਪੁੱਤਾਂ ਦੇ ਸਿਰਾਂ ਤੇ ਬਣ ਛਾਵਾਂ ਪਹੁੰਚ ਗਈਆਂ ਨੇ। ਪਹੁੰਚੀਆਂ ਨੇ ਭੈਣਾਂ ਨਾਲੇ ਮਾਵਾਂ ਪਹੁੰਚ ਗਈਆਂ ਨੇ, ਪੁੱਤਾਂ ਦੇ ਸਿਰਾਂ ਤੇ ਬਣ ਛਾਵਾਂ ਪਹੁੰਚ ਗਈਆਂ ਨੇ। ਪਹੁੰਚੀਆਂ ਨੇ ਭੈਣਾਂ ਨਾਲੇ ਮਾਵਾਂ ਪਹੁੰਚ ਗਈਆਂ ਨੇ, ਪੁੱਤਾਂ ਦੇ ਸਿਰਾਂ ਤੇ ਬਣ ਛਾਵਾਂ ਪਹੁੰਚ ਗਈਆਂ ਨੇ। ਜਿਹੜੇ ਕਹਿੰਦੇ ਸੀ ਨਸ਼ੇੜੀ, ਹੁਣ ਜੱਗ ਜਦੋਂ ਛੇੜੀ, ਤੈਨੂੰ ਉਹੀ ਬੰਦਾ ਜਿਹੜਾ ਸਾਬ ਸਾਬ ਕਰਦਾ। ਜ਼ਿੰਦਾਬਾਦ ਨੀ ਜਵਾਨੀ ਏ, ਹੁਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ। ਜ਼ਿੰਦਾਬਾਦ ਨੀ ਜਵਾਨੀ ਏ, ਹੁਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ। ਜ਼ਿੰਦਾਬਾਦ ਨੀ ਜਵਾਨੀ ਏ। ਇੱਕ ਗੀਤ ਕੱਢਿਆ ਸੀ ਪਿਛਲੇ ਦਿਨਾਂ ਚ, ਬਾਰਡਰ, ਕੱਲ ਪਰਸੋਂ ਆਇਆ। ਉਹ ਗਾਣੇ ਦੀਆਂ ਲੈਣਾ ਨੇ ਵੀ, ਉਹ ਕਹਿੰਦਾ ਪੱਕੇ ਲਾ ਦੇਣੇ ਨੇ ਜਿੰਦੇ, ਘਰ ਵਿੱਚ ਵੜਨ ਨਹੀਂ ਹੁਣ ਦਿੰਦੇ, ਘਰ ਵਿੱਚ ਵੜਨ ਨਹੀਂ ਹੁਣ ਦਿੰਦੇ। ਇਹ ਵੋਟਾਂ ਦੇ ਗਾਹਕਾਂ ਨੂੰ ਮੈਂ ਲਾਉਣਾ ਬਾਰਡਰ ਉੱਤੇ ਡੇਰਾ, ਤੂੰ ਘਰ ਵਿੱਚ ਸਾਂਭ ਜਵਾਕਾਂ ਨੂੰ। ਫਿਰ ਸਾਡੀ ਬੀਬੀ ਕੀ ਕਹਿੰਦੀ ਆ, ਕਹਿੰਦੀ ਖਾਲੀ ਪੀਪੇ ਖੜਕਣ ਟੀਨਾ, ਜੇ ਗਈਆਂ ਹੱਥੋਂ ਖੁੱਸ ਜ਼ਮੀਨਾਂ, ਫਿਰ ਤਰਸਾਂਗੇ ਦਾਣਿਆਂ ਨੂੰ। ਇਹ ਨਹੀਂ ਘਰੇ ਬਹਿਣ ਦਾ ਵੇਲਾ, ਮੈਂ ਲੈ ਜੂ ਨਾਲ ਨਿਆਣਿਆਂ ਨੂੰ। ਸੋ ਵੀ ਗੀਤ ਅਸੀਂ ਗਾਵਾਂਗੇ, ਪਰ ਮੈਨੂੰ ਲੱਗਦਾ ਉਹਦੇ ਵਾਸਤੇ ਮੈਨੂੰ ਪਾਰਟਨਰ ਚਾਹੀਦਾ। ਹੁਣ ਅੱਜ ਗਰਲੇਜ ਮੈਡਮ ਤਾਂ ਹੈ ਨਹੀਂ, ਅੱਜ ਕਮਰ ਬਾਈ ਨੂੰ ਆਪਾਂ ਬਣਾਵਾਂਗੇ ਪਾਰਟਨਰ। ਬਾਈ ਤੁਹਾਡੇ ਵਾਲਾ ਹਿੱਸਾ ਗਾਊਗਾ ਬੀਬੀਆਂ ਵਾਲਾ, ਮੈਂ ਭਰਾ ਵਾਲਾ ਹਿੱਸਾ ਗਾਊਂਗਾ। ਉਹ ਗੀਤ ਅਸੀਂ ਬਾਅਦ ਚ ਗਾਵਾਂਗੇ। ਸੋ ਇੱਕ ਗੀਤ ਵਿੱਚ ਆਪਾਂ ਲਾ ਦਿੰਦੇ ਦੁਬਾਰੇ, ਬਸ ਫਿਰ ਉਸ ਤੋਂ ਬਾਅਦ ਬਾਈ ਅਜੇ ਹੁੱਡਾ ਤੇ ਫਿਰ ਵੱਡਾ ਬਾਈ ਕਵਰ ਕਰਿਆ।
ਲੈ ਵੀ ਇਸ ਤੋਂ ਬਾਅਦ ਬਾਈ ਕਮਰ ਨੇ ਆਉਣਾ ਮੇਰਾ ਆਖਰੀ ਗੀਤ ਆ ਉਧਰ ਜਿਓ ਫਿਰ ਚੰਗਾ ਆ ਜਾਓ ਫਿਰ ਜਿਵੇਂ ਗੁਰਦਾਸ ਮਾਨ ਸਾਹਿਬ ਨਹੀਂ ਛੱਲਾ ਗਾਉਂਦੇ ਹੁੰਦੇ ਮੈਨੂੰ ਲੱਗਦਾ ਬਾਬੇ ਸਾਡਾ ਛੱਲਾ ਸਾਹਿਬ ਬਣ ਗਿਆ ਨਾ ਵੇਚੇ ਵਾਲੀ ਛੱਲਾ ਬਣ ਗਿਆ ਸਾਡਾ ਤਾਂ ਇਹੀ ਲੋਕ ਗੀਤ ਬਣ ਗਿਆ
ਸਾਨੂੰ ਆਪਾਂ ਤੁਹਾਡੀਆਂ ਤਾੜੀਆਂ ਨਾਲ ਹੀ ਗਾਉਣੇ ਆ। ਅਕਲਾਂ ਵਾਲਿਆ ਚੱਕ ਲੋ ਕਲਮਾ ਆ ਲੈਣਗਾ ਰਫਲਾ ਸਾਨੂੰ ਅੱਜ ਹਾਰ ਗਏ ਕੀ ਕਹਿਣਗੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਵੋਟਾਂ ਵੇਲੇ ਨਾਲ ਜਾਂਦੇ ਨੇ ਵੋਟਾਂ ਵੇਲੇ ਨਾਲ ਜਾਂਦੇ ਨੇ ਲੀਡਰ ਫੋਕੇ ਮੰਡਰ ਨਾਲ ਖੱਜਲਾ ਜੱਟਾ ਖੱਜਲਾ ਜੱਟਾ ਖੱਜਲਾ ਜੱਟਾ ਖਿੱਚਦੇ ਆਰੀ ਵੇਚਾ ਪਾਇਆ ਸੈਂਟਰ ਨਾਲ ਖੱਜਲਾ ਬਾਬਾ ਖਿੱਚਦੇ ਆਰੀ ਵੇਚਾ ਪਾਇਆ ਸੈਂਟਰ ਨਾਲ ਖੱਜਲਾ ਜੱਟਾ ਖਿੱਚਦੇ ਆਰੀ ਓ ਜਿਹੜੇ ਬਾਗ ਦੀ ਮੂਲੀ ਨੇ ਲੱਤ ਥੱਲੋਂ ਦੀ 40 ਕੱਟੇ ਸੈਂਟਰ ਦੇ ਨੱਕ ਪਾਣੀ ਪੈਣੇ ਬੜੇ ਭੈਣ ਕੇ ਹਾੜੀ ਕੱਟੇ ਜਦੋਂ ਗੀਤ ਲਿਖਿਆ ਸੀ ਨਾ ਵਿੱਚ ਲਿਖਿਆ ਸੀ ਉਹਦੇ ਪਿੰਡ ਪਿੰਡ ਵਿੱਚੋਂ ਭਰੋ ਟਰਾਲੀਆਂ ਗੱਲ ਨਹੀਂ ਬਣਨੀ ਕੈਂਟਰ ਨਾਲ। ਕੱਲ ਇੱਕ ਬੰਦਾ ਮਿਲਿਆ ਸਾਨੂੰ ਟਿੱਕਰੀ ਬਾਰਡਰ ਤੇ ਉਹ ਕਹਿੰਦਾ ਜਿਹੜੀ ਯਾਰ ਉਹ ਗੱਲ ਲਿਖੀ ਆ ਨਾ ਵਿੱਚ ਗੀਤ ਦੇ ਵੀ ਪਿੰਡ ਪਿੰਡ ਵਿੱਚੋਂ ਭਰੋ ਟਰਾਲੀਆਂ ਗੱਲ ਨਹੀਂ ਬਣਨੀ ਕੈਂਟਰ ਨਾਲ। ਕਹਿੰਦਾ ਕੈਂਟਰ ਵਾਲੇ ਨੂੰ ਕੋਈ ਵਿਆਹ ਭੋਗ ਕਈ ਵਾਰੀ ਆ ਜਾਂਦਾ ਕਹਿੰਦਾ ਪਰ ਟਰਾਲੀ ਵਾਲੇ ਨੂੰ ਕਹਿੰਦਾ ਜਿੰਨਾ ਚਿਰ ਅੰਦੋਲਨ ਆ ਕਹਿੰਦਾ ਨਾ ਭੋਗ ਨਾ ਵਿਆਹ ਕਹਿੰਦਾ ਆਪਾਂ ਨਹੀਂ ਜਾਣਾ ਕਹਿੰਦਾ ਟਰਾਲੀ ਵਾਲੇ ਬੰਦੇ ਕਹਿੰਦਾ ਇੱਥੇ ਖੜ ਸਕਦੇ ਸੀਗੇ ਕਹਿੰਦਾ ਉਹ ਗੱਲ ਜਮਾ ਐਕੂਰੇਟ ਵਰਤੀ ਆ ਵੀ ਟਰਾਲੀ ਵਾਲਾ ਬੰਦਾ ਹੀ ਕਹਿੰਦਾ ਇੱਥੇ ਆ ਕੇ ਖੜ ਸਕਦਾ ਕਹਿੰਦਾ ਕੈਂਟਰ ਵਾਲਾ ਫੇਰ ਵੀ ਕਹਿ ਦੂਗਾ ਯਾਰ ਮੇਰੇ ਕੋਈ ਭੋਗ ਆ ਰਿਸ਼ਤੇਦਾਰੀ 'ਚ ਕੋਈ ਵਿਆਹ ਜਾਂ ਕੋਈ ਹੋਰ ਪ੍ਰੋਗਰਾਮ ਆ ਸੋ ਉਹ ਗੱਲ ਆ ਜਿਹੜੀ ਤੁਹਾਡੀ ਇਕੱਲੇ ਇਕੱਲੇ ਬੰਦੇ ਦੀ ਗੱਲ ਆ ਆਪਾਂ ਇਹ ਬਸ ਗਾ ਕੇ ਆਖਰੀ ਇਹ ਤੋਂ ਬਾਅਦ ਫਿਰ ਵੱਡੇ ਭਾਈ ਕਵਰ ਕਰਿਆ ਉਹ ਤੋਂ ਪਹਿਲਾਂ ਅਜੇ ਹੁੱਡਾ ਆਇਆ ਨਹੀਂ ਸਾਡਾ ਭਰਾ ਉਹ ਮੈਨੂੰ ਲੱਗਦਾ ਲੇਟ ਆਊਗਾ ਪਹਿਲਾਂ ਵੱਡਾ ਭਾਈ ਕਵਰ ਕਰਿਆ ਸੋ ਗਲਬ ਨੇ ਗਾਇਆ ਫਿਰ ਅਸੀਂ ਅਖੀਰ ਤੇ ਇਕੱਠੇ ਗਾਵਾਂਗੇ ਇੱਕ ਦੋ ਗੀਤ ਤੇ ਬਸ ਮੈਨੂੰ ਹੁਣ ਇਹ ਤੋਂ ਬਾਅਦ ਦਿਓ ਇਜਾਜ਼ਤ ਆਖਰੀ ਲੈਣਾ ਬਸ ਆਪਾਂ ਫਿਰ ਖਿੱਚ ਕੇ ਲਾ ਦੋ बहुत बहुत धन्यवाद मेरी इतनी हाजिरी कबूल करो।